ਕੰਠ ਲਾਏ ਅਵਗੁਣ ਸਭ ਮੇਟੈ, ਦਇਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਊਹਾਂ ਸਚ ਹੋਵੈ। ਦੀਨ ਦੁਨੀਆ ਦੇ ਸੱਚੇ ਪਾਤਸ਼ਾਹ, ਚਵਰ ਛਤਰ ਤਖਤ ਦੇ ਇਕਲੌਤੇ ਮਾਲਕ, ਗਿਆਨ ਦੇ ਦਾਤੇ, ਨਿਤ ਨਵਾਂ ਗਿਆਨ ਦੇਣ ਦੀ ਤਾਕਤ ਰੱਖਣ ਵਾਲੇ ਐਸੇ ਮਹਾਨ ਸਤਿਗੁਰੂ, ਸ਼ਬਦ ਸਿਧਾਂਤ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਹੋਈ ਹੈ। ਵਡਭਾਗੇ ਹਾਂ ਜੋ ਮੁੱਖ ਵਾਕ ਆਪ ਜੀ ਨੇ ਹੁਣੇ ਹੁਣੇ ਸਰਵਣ ਕੀਤਾ ਹੈ। ਇਹ ਮੁੱਖ ਵਾਕ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਤਿਲੰਗ ਰਾਗ ਅੰਦਰ, ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 721 ਉੱਤੇ ਸੁਭਾਏਮਾਨ ਹੈ। ਦਾਤਾਰ ਪਿਤਾ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਜੋ ਹੁਕਮ ਕੀਤਾ ਹੈ, ਸਮਝਾਇਆ ਹੈ। ਸਤਿਗੁਰੂ ਜੀ ਕਹਿੰਦੇ ਹਨ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਸਰੀਰ ਰੂਪੀ ਕੱਪੜੇ ਉੱਤੇ ਦਾਤਾਰ ਪਿਤਾ ਜੀ ਕਹਿੰਦੇ ਹਨ, ਮਾਇਆ ਦੀ ਪਾਹ ਲੱਗੀ ਹੋਈ ਹੈ। ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਲੋਭ ਦੇ ਅਧੀਨ ਹੈ, ਤੇ ਉਹਦੇ ਪਿੱਛੇ ਕਾਰਨ ਦੱਸਿਆ ਹੈ ਕਿ ਜਦੋਂ ਇਸ ਤਨ ਉੱਤੇ, ਮਨ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪਾਹ ਲੱਗੀ ਏ, ਰਤਿਆ ਹੋਇਆ ਹੈ ਮਨ, ਗਰਸਿਆ ਹੋਇਆ ਹੈ, ਤੇ ਬੰਦੇ ਨੂੰ ਸੱਚ ਚੰਗਾ ਕਿਉਂ ਨਹੀਂ ਲੱਗ ਰਿਹਾ। ਸਤਿਗੁਰੂ ਜੀ ਕਹਿੰਦੇ ਹਨ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸਿਜੇ ਜਾਏ। ਇਹ ਮੇਰਾ ਜ਼ਿੰਦਗੀ ਰੂਪੀ ਜਿਹੜਾ ਚੋਲਾ ਹੈ, ਆਤਮਾ ਰੂਪੀ ਜਿਹੜਾ ਚੋਲਾ ਹੈ, ਉਸ ਰੱਬ ਨੂੰ ਕਿਵੇਂ ਭਾ ਜਾਵੇ, ਕਿਵੇਂ ਚੰਗਾ ਲੱਗੇ। ਉਹਦੇ ਪਿੱਛੇ ਕਾਰਨ ਇਹ ਹੈ ਕਿ ਇਸ ਆਤਮਾ ਰੂਪੀ ਚੋਲੇ ਉੱਤੇ ਮੈਂ ਰੱਬ ਦੇ ਗੁਣਾਂ ਦੀ ਰੰਗਤ ਹੀ ਨਹੀਂ ਰੰਗੀ। ਕਿਵੇਂ ਮੇਰਾ ਜੀਵਨ ਉਸ ਮਾਲਕ ਨੂੰ ਚੰਗਾ ਲੱਗੇ, ਕਿਉਂਕਿ ਮੇਰਾ ਜੀਵਨ ਕੇਵਲ ਤੇ ਕੇਵਲ ਝੂਠ ਦੇ ਅਧੀਨ ਹੈ। ਮੈਂ ਸੱਚ ਧਰਮ ਕਮਾਉਣ ਤੋਂ ਲਾਪਰਵਾਹ ਹੋ ਗਿਆ ਹਾਂ, ਬੇਪਰਵਾਹ ਹੋ ਗਿਆ ਹਾਂ, ਮੈਨੂੰ ਸਮਝ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੁਸੀਂ ਸਾਧ ਸੰਗਤ ਪੜ੍ਹਨ ਦਾ ਯਤਨ ਕਰੋ। ਦਾਤੇ ਨੇ ਬਾਰ-ਬਾਰ ਸਾਨੂੰ ਇਹ ਗੱਲ ਸਮਝਾਈ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ। ਜਿਸ ਮਨੁੱਖ ਨੂੰ ਰੱਬੀ ਗੁਣਾਂ ਦਾ ਰੰਗ ਚੜ੍ਹ ਗਿਆ ਹੈ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਉਹ ਜ਼ਿੰਦਗੀ ਵਿੱਚ ਐਸੇ ਮਨੁੱਖ ਦੀ ਕਦੇ ਸੁਰਤ, ਮਨ ਪਲੀਤਿਆ ਨਹੀਂ ਜਾਏਗਾ, ਮੈਲਾ ਨਹੀਂ ਹੋਏਗਾ। ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹ ਮਨੁੱਖ ਦੀ ਜ਼ਿੰਦਗੀ ਗੁਰੂ ਨੂੰ ਸਮਰਪਿਤ ਹੋ ਗਈ ਹੈ। ਇਹ ਤਾਂ ਸਾਡੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਕੇਵਲ ਝੂਠ ਹੁੰਦਾ ਹੈ। ਹਾਲਾਂਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਸੱਚ ਹੋਣਾ ਚਾਹੀਦਾ ਸੀ, ਕਿਉਂਕਿ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਨਾਨਕ ਦਾ ਵੀ ਆਧਾਰ ਸੱਚ ਹੈ। ਤੇ ਸੱਚ ਕੌਣ ਹੈ? ਵਾਹਿਗੁਰੂ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਅਸੀਂ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ, ਮਨੁੱਖ ਦੇ ਹਾਲਾਤ ਉਵੇਂ ਦੇ ਉਵੇਂ ਨੇ, ਉਹਦੇ ਪਿੱਛੇ ਕਾਰਨ ਇਹ ਹੈ ਕਿ ਮਨੁੱਖ ਆਪਣੀ ਜੀਵਨ ਦੇ ਵਿੱਚ ਤਬਦੀਲ ਹੋਣਾ ਹੀ ਨਹੀਂ ਚਾਹੁੰਦਾ, ਫਰਕ ਨਹੀਂ ਪਾਉਣਾ ਚਾਹੁੰਦਾ। ਬੜੀਆਂ ਸੋਹਣੀਆਂ ਉਦਾਹਰਨਾਂ ਸਾਨੂੰ ਆਮ ਗ੍ਰੰਥਾਂ ਦੇ ਵਿੱਚੋਂ ਮਨੁੱਖ ਨੂੰ ਸੇਧ ਦੇਣ ਵਾਸਤੇ ਮਿਲ ਜਾਂਦੀਆਂ ਨੇ। ਕੋਈ ਰੱਬ ਦਾ ਪਿਆਰਾ
ਕਥਾ ਕਰਨ ਵਾਲਾ ਸੀ, ਰੱਬ ਦੀ ਸਿਫਤ ਕਰਨ ਵਾਲਾ ਸੀ। ਉਹਦਾ ਸੁਭਾਅ ਸੀ ਜਿਹੜੇ ਸਰੋਤਿਆਂ ਅੱਗੇ ਉਹਨੇ ਬੋਲਣਾ, ਸਭ ਤੋਂ ਪਹਿਲਾਂ ਸਰੋਤਿਆਂ ਦੀ ਪਰਖ ਲੈਂਦਾ ਸੀ ਵੀ ਇਹ ਸਰੋਤਿਆਂ ਦਾ ਲੈਵਲ ਕਿੱਡਾ ਕੁ ਹੈ, ਇਹ ਗੱਲ ਨੂੰ ਕਿਵੇਂ ਫੋਲੋ ਕਰਦੇ ਆ, ਕਿਵੇਂ ਮਹਿਸੂਸ ਕਰਦੇ, ਕਹਿ ਲਈਏ ਧਰਮ ਪ੍ਰਤੀ ਇਹਨਾਂ ਦਾ ਯਕੀਨ ਕੈਸਾ ਹੈ। ਮੈਂ ਹੈਰਾਨ ਹੋਇਆ ਇਹ ਗਾਥਾ ਪੜ੍ਹ ਕੇ ਵੀ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਦਗੀ ਐਸੀ ਹੈ। ਲਿਖਣ ਵਾਲੇ ਨੇ ਤੇ ਬੜੀ ਖੂਬਸੂਰਤ ਗੱਲ ਲਿਖੀ ਹੈ। ਮੈਂ ਆਪਣੇ ਤੇ ਢੁਕਾ ਕੇ ਕਹਿੰਦਾ ਹਾਂ ਕਿ ਵਾਕਈ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦਾ ਵੀ ਢੋਂਗ ਮਾਇਆ ਦੀ ਪਾਹ ਲੱਗੀ ਹੋਈ ਏ। ਮਨੁੱਖ ਸੱਚ ਧਰਮ ਕਮਾਉਣ ਵਾਸਤੇ ਤਿਆਰ ਨਹੀਂ ਹੋ ਰਿਹਾ। ਪਿੰਡ ਵਾਲਿਆਂ ਨੇ ਸੱਦਿਆ, ਜੀ ਭਾਈ ਸਾਹਿਬ ਕੋਈ ਸੱਚ ਧਰਮ ਦੀ ਤੁਸੀਂ ਗੱਲ ਆਖੋ, ਕਰੋ। ਜਿਹੜੇ ਸਰੋਤੇ ਜਨ ਅਗਲੇ ਪਾਸੇ ਬੈਠੇ ਸਨ, ਮਹਾਤਮਾ ਆ ਕੇ ਬੈਠੇ, ਉਹਨੇ ਸਭ ਤੋਂ ਪਹਿਲਾਂ ਸਵਾਲ ਇਹ ਕੀਤਾ ਕਿ ਤੁਸੀਂ ਕੀ ਰੱਬ ਉੱਤੇ ਯਕੀਨ ਰੱਖਦੇ ਹੋ? ਰੱਬ ਦੇ ਵਿਸ਼ੇ 'ਤੇ ਕੋਈ ਉਹਨੇ ਗੱਲ ਆਖੀ, ਰੱਬ ਦੇ ਵਿਸ਼ੇ ਦਾ ਕੋਈ ਤੰਦ ਛੇੜਿਆ। ਪਹਿਲਾ ਕੁਐਸਚਨ ਸੀ ਉਹਦਾ, ਕੀ ਰੱਬ ਹੈ? ਜਿਹੜੇ ਕਹਿੰਦੇ ਨੇ ਰੱਬ ਹੈ ਉਹ ਬਾਹਾਂ ਖੜੀਆਂ ਕਰ ਦਿਓ। ਠੀਕ ਹੈ, ਉਹਨਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ, ਹੱਥ ਖੜਾ ਕਰ ਦਿੱਤਾ। ਦੂਜਾ ਸਵਾਲ ਸੀ, ਕੀ ਰੱਬ ਨੂੰ ਤੁਸੀਂ ਜਾਣਦੇ ਹੋ? ਜੇ ਜਾਣਦੇ ਹੋ ਤੇ ਤੁਸੀਂ ਹੱਥ ਖੜਾ ਕਰੋ। ਸਰੋਤਿਆਂ ਨੂੰ ਮਹਾਤਮਾ ਉਹ ਕਹਿ ਰਿਹਾ। ਉਹਨਾਂ ਨੇ ਹੱਥ ਖੜਾ ਕਰ ਦਿੱਤਾ। ਉਹ ਮਹਾਤਮਾ ਉੱਥੋਂ ਤੁਰ ਪਿਆ। ਉਹ ਕਹਿੰਦਾ ਇੱਥੇ ਕਥਾ ਕੀ ਕਰਨੀ ਹੈ, ਇੱਥੇ ਤੇ ਸਾਰਿਆਂ ਨੂੰ ਪਤਾ ਹੈ ਰੱਬ ਬਾਰੇ ਜਾਣਦੇ ਵੀ ਨੇ, ਰੱਬ ਹੈ ਇਸ ਚੀਜ਼ ਦਾ ਵੀ ਮਹਿਸੂਸ ਕਰਦੇ ਨੇ। ਕੁਝ ਕੁ ਚਲਾਕ ਬੰਦੇ ਹੁੰਦੇ ਆ, ਗੱਲਾਂ ਉਹੀ ਹੁੰਦੀਆਂ ਨੇ ਮਨੁੱਖ ਦੀਆਂ, ਬਿਰਤੀ ਉਹੀ ਹੁੰਦੀ ਹੈ, ਸ਼ਬਦਾਵਲੀ ਬਦਲ ਲੈਂਦੇ ਨੇ ਕੁਝ ਲੋਕ। ਮਹਾਤਮਾ ਉੱਥੋਂ ਤੁਰ ਪਿਆ। ਝੂਠੇ ਬੰਦਿਆਂ ਦਾ ਕੋਈ ਆਗੂ ਸੀ, ਟੋਲਾ ਸੀ ਝੂਠ ਬੋਲਣ ਵਾਲਾ, ਉਸ ਟੋਲੇ ਦਾ ਆਗੂ ਵੀ ਨਾਲ ਤੁਰਿਆ। ਉਹ ਕਹਿੰਦਾ ਨਹੀਂ ਮਹਾਤਮਾ ਜੀ, ਤੁਸੀਂ ਇੱਦਾਂ ਕਰੋ ਵੀ ਜੇ ਇੱਥੇ ਕਥਾ ਨਹੀਂ ਕਰਨੀ, ਤੁਹਾਨੂੰ ਇਹ ਜਗ੍ਹਾ ਪਸੰਦ ਨਹੀਂ ਆਈ, ਤੇ ਤੁਸੀਂ ਇਵੇਂ ਕਰੋ, ਇੱਕ ਧਾਰਮਿਕ ਸਥਾਨ ਹੋਰ ਹੈ, ਉੱਥੇ ਤੁਸੀਂ ਬੈਠ ਕੇ ਵਿਚਾਰ ਕਰੋ। ਹੁਣ ਗੌਰ ਕਰਨਾ, ਉਸ ਚਲਾਕ ਬੰਦੇ ਨੇ ਆਖਿਆ ਵੀ ਕੋਈ ਗੱਲ ਨਹੀਂ, ਆਪਾਂ ਜਗ੍ਹਾ ਹੋਰ, ਮਹਾਤਮਾ ਨੂੰ ਆਖਿਆ ਉੱਥੇ ਬਹਿ ਕੇ ਕੁਝ ਧਰਮ ਦੀਆਂ ਗੱਲਾਂ ਕਰਨਗੇ, ਤੁਸੀਂ ਸਾਰੇ ਉੱਥੋਂ ਉੱਠੋ ਤੇ ਉਸ ਜਗ੍ਹਾ 'ਤੇ ਜਾਓ। ਮਹਾਤਮਾ ਨੇ ਫਿਰ ਉਹੀ ਸਵਾਲ ਰੱਖਿਆ ਤੇ ਉਹ ਝੂਠੇ ਬੰਦੇ ਨੇ ਇਹ ਗੱਲ ਆਖੀ ਵੀ ਤੁਸੀਂ ਇਵੇਂ ਕਹੋ ਵੀ ਜੇ ਮਹਾਤਮਾ ਹੁਣ ਸਵਾਲ ਉਹੀ ਕਰੇ ਤਾਂ ਤੁਸੀਂ ਆਖਿਓ ਵੀ ਅਸੀਂ ਨਹੀਂ ਜਾਣਦੇ ਰੱਬ ਨੂੰ, ਨਾ ਜਾਣਦੇ ਹਾਂ ਤੇ ਨਾ ਰੱਬ ਹੈ। ਦੂਸਰੇ ਧਾਰਮਿਕ ਸਥਾਨ 'ਤੇ ਮਹਾਤਮਾ ਜੀ ਪਹੁੰਚੇ ਤੇ ਉੱਥੇ ਵੀ ਜਾ ਕੇ ਇਹੀ ਸਵਾਲ ਕੀਤਾ, ਰੱਬ ਹੈ? ਕੀ ਰੱਬ ਨੂੰ ਤੁਸੀਂ ਜਾਣਦੇ ਹੋ? ਜੇ ਰੱਬ ਨੂੰ ਜਾਣਦੇ ਹੋ, ਰੱਬ ਹੈ, ਤੇ ਬਾਹਾਂ ਖੜੀਆਂ ਕਰ ਦਿਓ। ਉਹਨਾਂ ਨੇ ਕਿਸੇ ਨੇ ਵੀ ਬਾਹਾਂ ਹੱਥ ਖੜੇ ਨਹੀਂ ਕੀਤੇ। ਉਹ ਕਹਿੰਦੇ ਜੀ ਨਾ ਹੈ ਤੇ ਨਾ ਅਸੀਂ ਜਾਣਦੇ। ਮਹਾਤਮਾ ਉੱਥੋਂ ਵੀ ਤੁਰ ਉੱਠਿਆ, ਕਹਿੰਦਾ ਜੇ ਤੁਹਾਨੂੰ ਰੱਬ ਬਾਰੇ ਹੀ ਨਹੀਂ ਪਤਾ, ਨਾ ਰੱਬ ਬਾਰੇ ਤੁਸੀਂ ਜਾਣਦੇ ਹੋ, ਤੇ ਫਿਰ ਗੱਲ ਕਰਨ ਦਾ ਕੀ ਫਾਇਦਾ? ਝੂਠਾ ਬੰਦਾ ਫਿਰ ਹੈਰਾਨ ਹੋਇਆ। ਮਹਾਤਮਾ ਕਿਤੇ ਨਾ ਕਿਤੇ ਸਮਝ ਰਿਹਾ ਸੀ ਐਸੇ ਲੋਕਾਂ ਦੀ ਵਿਉਂਤਬੰਦੀ। ਝੂਠੇ ਬੰਦੇ ਨੇ ਆਖਿਆ ਵੀ ਮਹਾਤਮਾ ਜੀ ਤੁਸੀਂ ਇਵੇਂ ਕਰੋ, ਧਾਰਮਿਕ ਸਥਾਨ ਇੱਕ ਹੋਰ ਹੈ, ਚਲੋ ਠੀਕ ਹੈ, ਜੇ ਇਹ ਸਮਝਦਾਰ ਨਹੀਂ ਬੇਸਮਝ ਨੇ ਤੁਸੀਂ ਉੱਥੇ ਆਪਣੀ ਗੱਲ ਕਰੋ, ਅੱਜ ਤੁਹਾਡੇ ਕੋਲ ਅਸੀਂ ਵਿਚਾਰ ਤੇ ਕਰਾਉਣੀ ਹੈ ਹਰ ਹਾਲਤ ਦੇ ਵਿੱਚ। ਮਹਾਤਮਾ ਜੀ ਕਹਿੰਦੇ ਚਲੋ ਠੀਕ ਹੈ, ਉੱਥੇ ਚੱਲ ਜਾਣੇ। ਤੀਜੀ ਜਗ੍ਹਾ ਤੇ ਗਏ। ਤੁਸੀਂ ਹੈਰਾਨ ਹੋ ਜਾਓਗੇ, ਉਸ ਝੂਠੇ ਬੰਦੇ ਨੇ ਫਿਰ ਸਮਝਾਇਆ ਵੀ ਹੁਣ ਤਰੀਕੇ ਦੇ ਨਾਲ ਤੁਸੀਂ ਜਵਾਬ ਦਿਓ, ਕਿਤੇ ਇਹ ਨਾ ਹੋ ਜਾਵੇ ਕਿ ਮਹਾਤਮਾ ਫਿਰ ਉੱਠ ਕੇ ਇੱਥੋਂ ਚਲੇ ਜਾਣ। ਸਵਾਲ ਫਿਰ ਤੀਜੇ ਸਥਾਨ 'ਤੇ ਰੱਖਿਆ ਗਿਆ। ਮਹਾਤਮਾ ਨੇ ਫਿਰ ਉਹੀ ਸਵਾਲ ਕੀਤਾ ਕਿ ਰੱਬ ਹੈ? ਅੱਧਿਆਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ, ਰੱਬ ਹੈ। ਅੱਧਿਆਂ ਨੇ ਨਹੀਂ ਕੀਤੀਆਂ। ਕੀ ਰੱਬ ਨੂੰ ਤੁਸੀਂ ਜਾਣਦੇ ਹੋ? ਅੱਧਿਆਂ ਨੇ ਬਾਹਾਂ ਖੜੀਆਂ ਕਰਦੀਆਂ, ਜਾਣਦੇ ਹਾਂ। ਅੱਧੇ ਕਹਿੰਦੇ ਨਹੀਂ ਜਾਣਦੇ। ਮਹਾਤਮਾ ਜੀ ਉੱਠ ਕੇ ਫਿਰ ਤੁਰ ਪਏ। ਕਹਿੰਦੇ ਇੱਥੇ ਗੱਲ ਕਰਨ ਦਾ ਕੀ ਫਾਇਦਾ? ਵਾਕਿਆ ਅੱਧੇ ਜਾਣਦੇ ਨੇ ਰੱਬ ਦੇ ਵਿਸ਼ੇ ਉੱਤੇ, ਤੇ ਇਹਨਾਂ ਨੂੰ ਪੁੱਛ ਲਓ, ਇਹੀ ਦੱਸ ਦਿੰਦੇ ਰੱਬ ਬਾਰੇ। ਅੱਧੇ ਪ੍ਰਾਣੀ ਤੇ ਜਾਣਦੇ ਨੇ ਰੱਬ ਕੀ ਹੈ, ਰੱਬ ਹੈ, ਉਸ ਵਿਸ਼ੇ ਦਾ ਉਹਨਾਂ ਨੂੰ ਪਤਾ ਹੈ, ਤੇ ਠੀਕ ਹੈ, ਫਿਰ ਇੱਥੇ ਮੈਂ ਗੱਲ ਕੀ ਕਰਨੀ। ਲਿਖਣ ਵਾਲੇ ਨੇ ਬੜੀ ਪਿਆਰੀ ਗੱਲ ਲਿਖੀ, ਮੇਰੇ ਦਿਲ ਨੂੰ ਬੜੀ ਟੁੰਬੀ ਜਦੋਂ ਮੈਂ ਪੜ੍ਹੀ। ਮਹਾਤਮਾ ਤੁਰਨ ਲੱਗੇ ਨਾ ਉਸ ਸਥਾਨ ਨੂੰ, ਤੀਜੇ ਸਥਾਨ ਨੂੰ ਛੱਡਣ ਲੱਗੇ, ਤੇ ਉਸ ਝੂਠੇ ਬੰਦੇ ਨੂੰ ਆਖਣ ਲੱਗੇ, ਉਹ ਭਲਿਓ ਤੁਸੀਂ ਧਾਰਮਿਕ ਸਥਾਨ ਹੀ ਬਦਲੇ, ਬੰਦੇ ਤੇ ਉਹੀ ਹੈ ਨਾ। ਗੌਰ ਕਰਨਾ, ਸੋਚ ਤੇ ਉਹੀ ਹੈ,
ਧਾਰਮਿਕ ਸਥਾਨ ਹੀ ਬਦਲਦੇ ਰਹੇ ਹੋ, ਕਦੀ ਮੈਨੂੰ ਦੂਜੇ ਥਾਂ ਲੈ ਗਏ, ਕਦੀ ਤੀਜੇ ਥਾਂ ਲੈ ਗਏ। ਸਥਾਨ ਹੀ ਚੇਂਜ ਕੀਤੇ ਆ ਨਾ, ਬੰਦੇ ਉਹੀ ਨੇ। ਅਗਲਾ ਸ਼ਬਦ ਉਹਨੇ ਆਖਿਆ, ਤੁਸੀਂ ਬਾਰ-ਬਾਰ ਸ਼ਬਦਾਵਲੀ ਚੇਂਜ ਕਰੀ ਜਾਂਦੇ ਹੋ, ਪਰ ਅੰਦਰ ਖਾਤੇ ਝੂਠ, ਫਰੇਬ, ਕਪੜ ਤੇ ਉਹੀ ਹੈ। ਆਹ ਸਮੱਸਿਆ ਹੈ ਜੀ ਸਾਡੀ ਵੀ ਜ਼ਿੰਦਗੀ ਦੀ। ਜਿੱਥੇ ਮਰਜ਼ੀ ਬੰਦਾ ਦੌੜ ਲਵੇ, ਜੇ ਅੰਦਰੋਂ ਤਬਦੀਲੀ ਨਹੀਂ ਆਈ। ਇੱਕ ਦਿਨ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਿਆ, ਸਤਿਗੁਰੂ ਇਸਲਾਮ ਧਰਮ ਜਿਹੜਾ ਹੈ ਨਾ, ਜੇ ਇਸਲਾਮ ਧਰਮ ਦੀਆਂ ਕੋਈ ਕਲਮਾਂ ਪੜ੍ਹ ਲੇ ਤਾਂ ਉਹ ਬਹਿਸ਼ਤ ਦੇ ਵਿੱਚ ਜਾਂਦਾ। ਇਹ ਵਿਚਾਰ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮੂਹਰੇ ਰੱਖੀ, ਚਰਨਾਂ ਦੇ ਵਿੱਚ ਰੱਖੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਇੱਕ ਸਿੱਕਾ ਦਿੱਤਾ, ਕਿਸੇ ਨੂੰ ਆਖਿਆ ਵੀ ਆਹ ਸਿੱਕਾ ਚਲਾ ਕੇ ਆ ਬਾਜ਼ਾਰੋਂ ਕੁਝ ਖਾਣ ਵਾਸਤੇ ਲੈ ਆ, ਤੇ ਉਹ ਸਿੱਕਾ ਚੱਲਿਆ ਹੀ ਨਹੀਂ। ਵਾਪਸ ਲੈਣ ਤਾਂ ਉਸ ਮਨੁੱਖ ਨੇ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਬਹਾਦਰ ਸ਼ਾਹ ਦੱਸ ਇਹ ਸਿੱਕਾ ਚੱਲਿਆ ਕਿਉਂ ਨਹੀਂ? ਬਹਾਦਰ ਸ਼ਾਹ ਅੱਗੇ ਕਹਿੰਦਾ, ਜੀ ਸਿੱਕਾ ਚੱਲੇ ਕਿਵੇਂ, ਇਹਦੇ ਤੇ ਚਾਂਦੀ ਨਹੀਂ, ਖੋਟਾ ਸਿੱਕਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉੱਤੇ ਕਲਮਾਂ ਤੇ ਲਿਖੀਆਂ ਨੇ, ਤੇ ਫਿਰ ਚੱਲਣਾ ਚਾਹੀਦਾ ਸੀ। ਤੇ ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਕਲਮਾਂ ਲਿਖੀਆਂ ਕੀ ਕਰਨਗੀਆਂ ਜਦੋਂ ਸਿੱਕਾ ਹੀ ਖੋਟਾ ਏ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਬਹਾਦਰ ਸ਼ਾਹ ਇਹੀ ਤੇ ਮੈਂ ਤੈਨੂੰ ਗੱਲ ਕਹਿਣੀ ਚਾਹੁੰਦਾ ਹਾਂ, ਜੇ ਬੰਦਾ ਅੰਦਰੋਂ ਹੀ ਖੋਟਾ ਏ, ਅੰਦਰੋਂ ਹੀ ਖੋਟ ਹੈ, ਜਿੰਨੇ ਮਰਜ਼ੀ ਧਾਰਮਿਕ ਸਥਾਨਾਂ ਤੇ ਤੁਰਿਆ ਫਿਰੇ ਰਵੇ, ਜਿੰਨੇ ਮਰਜ਼ੀ ਯਾਤਰਾ ਕਰੇ, ਜਿੰਨੇ ਮਰਜ਼ੀ ਧਰਮ ਦੇ ਨਾਂ ਤੇ ਵਹਿਮ ਭਰਮ ਤੇ ਕਰਮਕਾਂਡ ਕਰੇ, ਅੰਦਰੋਂ ਖੋਟ ਨਹੀਂ ਜਾ ਰਹੀ, ਤੇ ਫਿਰ ਧਰਮ ਹੀ ਨਹੀਂ ਹੋਏਗਾ। ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਜੈਨੀ ਹੈ, ਚਾਹੇ ਬੋਧੀ, ਚਾਹੇ ਕੋਈ ਈਸਾਈ ਹੈ, ਜੀ ਅੰਦਰੋਂ ਖੋਟ ਨਹੀਂ ਜਾ ਰਹੀ। ਗੌਰ ਕਰਨਾ, ਇੱਕ ਖੱਲੜੀ ਨੂੰ ਰੰਗਣ ਵਾਲਾ, ਖੱਲੜੀ ਇੱਕ ਚੰਮ ਦੀ ਥੈਲੀ ਹੁੰਦੀ ਹੈ, ਉਹਨੂੰ ਰੰਗ ਚਾੜਨ ਵਾਲਾ ਕਿਸੇ ਬਾਜ਼ਾਰ ਦੇ ਵਿੱਚੋਂ ਕੋਈ ਜਾ ਰਿਹਾ ਸੀ। ਉੱਥੇ ਬਹੁਤ ਖੁਸ਼ਬੂਦਾਰ ਜੜੀਆਂ ਬੂਟੀਆਂ ਆਲੇ ਦੁਆਲੇ ਫੁੱਲ ਲੱਗੇ ਹੋਏ, ਜਿੱਥੇ ਅਤਰ ਛਿਣਕੇ ਬੜੀ ਕਮਾਲ ਦੀ ਖੁਸ਼ਬੂ। ਤੇ ਉਹ ਬੰਦਾ ਬੇਹੋਸ਼ ਹੋ ਕੇ ਉੱਥੇ ਡਿੱਗ ਪਿਆ। ਉਹਦੇ ਮੂੰਹ ਦੇ ਵਿੱਚ ਪਾਣੀ ਵੀ ਪਾਇਆ ਗਿਆ, ਪਰ ਉੱਠਿਆ ਨਹੀਂ। ਡਾਕਟਰ ਵੀ ਬੁਲਾਇਆ ਗਿਆ, ਨਹੀਂ ਉੱਠਿਆ। ਉਹਦਾ ਮਿੱਤਰ ਕਹਿੰਦਾ ਵੀ ਤੁਸੀਂ ਇਵੇਂ ਕਰੋ ਵੀ ਜਿਹੜੀ ਆ ਖੱਲੜੀ ਹੈ ਨਾ, ਬਦਬੂ ਵਾਲੀ ਗੰਦਗੀ ਜਿਹੜੀ ਹੈ, ਗੰਦਗੀ ਵਾਲੀ ਖੱਲੜੀ, ਇਹਦੇ ਸੰਘਾਓ, ਇਹਦੇ ਨੱਕ ਨੂੰ ਸੰਘਾਓ, ਵੇਖੋ ਉੱਠਦਾ ਕਿ ਨਹੀਂ ਉੱਠਦਾ। ਜਦੋਂ ਉਹਦੇ ਨੱਕ ਨੂੰ ਸੰਘਾਈ, ਮੂੰਹ ਨੂੰ ਸੰਘਾਈ, ਤੇ ਉੱਠ ਖੜਿਆ। ਲਿਖਣ ਵਾਲੇ ਨੇ ਬੜੀ ਗੱਲ ਕਮਾਲ ਦੀ ਲਿਖੀ। ਉਹ ਕਹਿੰਦਾ, ਜਿਹਨੂੰ ਗੰਦ ਸੁੰਘਣ ਦੀ ਆਦਤ ਪੈ ਜਾਵੇ ਨਾ, ਉਹਨੂੰ ਖੁਸ਼ਬੂਦਾਰ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਗੌਰ ਕਰਨਾ, ਜਿਹਨੂੰ ਗੰਦਗੀ ਵਿੱਚ ਰਹਿਣਾ, ਗੰਦ ਵੇਖਣ ਦੀ ਆਦਤ ਹੈ, ਗੰਦ ਬੋਲਣ ਦੀ ਆਦਤ ਪੈ ਗਈ ਏ, ਗੰਦ ਸੁਣਨ ਦੀ ਆਦਤ ਪੈ ਗਈ ਏ, ਉਹ ਧਾਰਮਿਕ ਗੱਲਾਂ ਉਹਨੂੰ ਕਿੱਥੇ ਚੰਗੀਆਂ ਲੱਗਣਗੀਆਂ। ਮੈਂ ਕਈ ਵਾਰ ਇਹ ਉਦਾਹਰਨ ਦਿੰਦਾ ਹੁੰਦਾ ਵੀ ਜਦੋਂ ਪਾ ਹੀ ਸਾਡੀ ਆਤਮਾ ਨੂੰ ਮਾਇਆ ਦੀ